Good morning, students. Now we will start our next topic of chapter number 5th. ਅੱਜ ਆਪਾਂ ਥਰਡ ਟੌਪਿਕ ਕਰਨਾ ਵਾ BOP ਚੈਪਟਰ ਦਾ ਬੈਲੈਂਸ ਆਫ ਪੇਮੈਂਟ ਦਾ ਭੁਗਤਾਨ ਬਾਕੀ ਦਾ। ਠੀਕ ਹੈ, ਇਹਦੇ ਵਿੱਚ ਅੱਜ ਆਪਾਂ ਕੀ ਸਟਾਰਟ ਕਰਨਾ ਕਿ ਸਟਰਕਚਰ ਆਫ BOP ਜਾਂ ਫਿਰ ਸਟਰਕਚਰ ਨੂੰ ਕੰਪੋਨੈਂਟਸ ਵੀ ਕਿਹਾ ਜਾਂਦਾ ਹੈ ਔਰ ਕੰਪੋਨੈਂਟਸ ਆਫ BOP ਬੈਲੈਂਸ ਆਫ ਪੇਮੈਂਟ ਦੇ ਕਿਹੜੇ ਕੰਪੋਨੈਂਟਸ ਨੇ। ਠੀਕ ਹੈ, ਭੁਗਤਾਨ ਬਾਕੀ ਦਾ ਢਾਂਚਾ ਮਤਲਬ ਸਟਰਕਚਰ ਤੇ ਕੰਪੋਨੈਂਟਸ ਮਤਲਬ ਅੰਗ ਇਹਦੇ ਕਿਹੜੇ ਆ। ਠੀਕ ਹੈ, ਉਸ ਤੋਂ ਪਹਿਲਾਂ ਰਿਕਾਲ ਕਰਦੇ ਆ ਕਿ ਆਪਾਂ ਕੀ ਪੜ੍ਹਿਆ ਸੀ। ਠੀਕ ਹੈ, ਉਹਦੇ ਨਾਲ ਹੀ ਇਹ ਰਿਲੇਟ ਕਰਦਾ। ਠੀਕ ਹੈ, ਅਗਲਾ ਟੌਪਿਕ ਜੋ ਆਪਣੇ ਕੰਪੋਨੈਂਟਸ ਹੈਗੇ ਇਹਦੇ ਨਾਲ ਹੀ ਰਿਲੇਟ ਕਰਦੇ ਆ। ਸੋ ਦੇਖੋ, ਪਹਿਲਾਂ ਆਪਾਂ ਕੀ ਕੀਤਾ ਵੀ ਆਪਾਂ ਪੜ੍ਹਿਆ ਸੀ ਵੀ ਜਿਹੜੇ BOP ਦੇ ਵਿੱਚ ਆਲ ਇਕਨੋਮਿਕ ਟ੍ਰਾਂਜੈਕਸ਼ਨਸ ਕੀਤੀਆਂ ਜਾਂਦੀਆਂ। ਠੀਕ ਹੈ, ਭੁਗਤਾਨ ਬਾਕੀ ਦੇ ਆਰਥਿਕ ਲੈਣ ਦੇਣ ਕੀਤਾ ਜਾਂਦਾ। ਠੀਕ ਹੈ, ਇਕਨੋਮਿਕ ਟ੍ਰਾਂਜੈਕਸ਼ਨ ਕਿਹੜੀਆਂ ਵਸਤੂਆਂ ਇਹਦੇ ਵਿੱਚ ਸ਼ਾਮਿਲ ਹੁੰਦੀਆਂ BOP ਦੇ ਵਿੱਚ। ਠੀਕ ਹੈ, ਕੱਲ ਆਪਾਂ ਕੀਤਾ ਸੀ ਕਿ BOT ਦੇ ਵਿੱਚ ਬੈਲੈਂਸ ਆਫ ਟ੍ਰੇਡ ਦੇ ਵਿੱਚ ਸਿਰਫ ਵਿਜ਼ੀਬਲ ਆਈਟਮਸ ਨੂੰ ਲਿਆ ਜਾਂਦਾ। ਠੀਕ ਹੈ, ਜੋ ਦਿਸਣਯੋਗ ਹੁੰਦੀਆਂ ਤੇ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ ਤੇ ਦੇਖ ਸਕਦੇ ਹਾਂ। ਠੀਕ ਹੈ, ਪਰ ਕੀ ਆ ਕਹਿੰਦੇ BOP ਆ ਉਹਦੇ ਵਿੱਚ ਆਪਾਂ ਕੀ ਇਨਕਲੂਡ ਕੀਤਾ, ਜਿਵੇਂ ਆਪਾਂ ਪਹਿਲਾਂ ਪੜ੍ਹਿਆ ਇਹਦੇ ਵਿੱਚ ਵਿਜ਼ੀਬਲ ਆਈਟਮਸ ਨੂੰ ਵੀ ਲਿਆ ਜਾਂਦਾ, ਦਿਸਣਯੋਗ ਵਸਤੂਆਂ। ਇਨਵਿਜ਼ੀਬਲ ਆਈਟਮ ਨੂੰ ਅਦਿੱਖ ਵਸਤੂਆਂ ਜਿਵੇਂ ਸਰਵਿਸਿਜ਼ ਹੋ ਗਈਆਂ। ਠੀਕ ਹੈ, ਆਪਾਂ ਇਹਨਾਂ ਨੂੰ ਦੇਖ ਨਹੀਂ ਸਕਦੇ, ਸਰਵਿਸ ਨੂੰ ਸਿਰਫ ਮਹਿਸੂਸ ਕਰ ਸਕਦੇ ਹਾਂ। ਠੀਕ ਹੈ, ਸੋ ਇਨਵਿਜ਼ੀਬਲ ਹੈ। ਇਸ ਤੋਂ ਬਿਨਾਂ BOP ਦੇ ਵਿੱਚ ਯੂਨੀਲੇਟਰਲ ਟ੍ਰਾਂਸਫਰ ਕੀਤੀਆਂ ਜਾਂਦੀਆਂ ਜਿਹਨੂੰ ਇੱਕ ਤਰਫਾ ਟ੍ਰਾਂਸਫਰ ਕਿਹਾ ਜਾਂਦਾ। ਠੀਕ ਹੈ, ਇਸ ਤੋਂ ਬਿਨਾਂ BOP ਦੇ ਅੰਡਰ ਕੀ ਆਉਂਦਾ, ਕੈਪੀਟਲ ਟ੍ਰਾਂਸਫਰ। ਠੀਕ ਹੈ, ਕੈਪੀਟਲ ਦੀ ਟ੍ਰਾਂਸਫਰ ਕੀਤੀ ਜਾਂਦੀ ਹੈ। ਦੇਖੋ, ਜਿਵੇਂ ਵਿਜ਼ੀਬਲ ਆਈਟਮ ਦੇ ਵਿੱਚ ਕੀ ਆ ਜਾਂਦੇ ਆ ਜਿਹਨੂੰ ਆਪਾਂ ਦੇਖ ਸਕਦੇ ਹਾਂ, ਜਿਵੇਂ ਆਇਲ, ਕਲੋਥਸ, ਕਾਰਸ, ਫੋਨਸ। ਠੀਕ ਹੈ, ਇਹ ਸਾਰੇ ਕੀ ਹੋ ਗਏ, ਦਿਸਣਯੋਗ ਵਸਤੂਆਂ ਹੋ ਗਈਆਂ। ਇਨਵਿਜ਼ੀਬਲ ਦੇ ਵਿੱਚ ਜਿਵੇਂ ਬੈਂਕਿੰਗ ਸਿਸਟਮ ਹੋ ਗਿਆ। ਠੀਕ ਹੈ, ਬੈਂਕਿੰਗ ਦੀ ਆਪਾਂ ਸਰਵਿਸ ਲੈ ਸਕਦੇ ਹਾਂ ਕਿਸੇ ਫੋਰਨ ਬੈਂਕ ਦੀਆਂ ਜਾਂ ਫਿਰ ਇੱਕ ਦੇਸ਼ ਦੇ ਦੂਜੇ ਦੇਸ਼ ਦੀਆਂ ਬੈਂਕ ਦੀ ਕੀ ਆ ਸੇਵਾਵਾਂ ਲੈ ਸਕਦੇ ਹਾਂ ਆਪਾਂ ਇਹ ਇਨਵਿਜ਼ੀਬਲ ਆਈਟਮ ਦੇ ਵਿੱਚ। ਇੰਸ਼ੋਰੈਂਸ ਵਗੈਰਾ, ਬੀਮਾ ਵਗੈਰਾ ਕਰਵਾਉਂਦੇ ਹਾਂ। ਠੀਕ ਹੈ, ਸ਼ਿਪਿੰਗ ਵਗੈਰਾ ਹੁੰਦੀ ਹੈ, ਇਹ ਵੀ ਕੀ ਹੈ ਇੱਕ ਤਰ੍ਹਾਂ ਦੀਆਂ ਅਦਿੱਖ ਸੇਵਾਵਾਂ, ਇਹਦੇ ਵਿੱਚ ਇਹ ਸ਼ਾਮਿਲ ਹੁੰਦੀਆਂ। ਇਸ ਤੋਂ ਬਿਨਾਂ ਯੂਨੀਲਿਟਰਲ ਟ੍ਰਾਂਸਫਰ ਮਤਲਬ ਇੱਕ ਤਰਫਾ ਟ੍ਰਾਂਸਫਰ ਕਿਹੜੀਆਂ ਹੁੰਦੀਆਂ, ਮਤਲਬ ਕਿਸੇ ਦੇਸ਼ ਦੇ ਵਿੱਚੋਂ ਜੋ ਵੀ ਆਪਾਂ ਨੂੰ ਗਿਫਟ ਵਗੈਰਾ ਆਏ ਆ, ਗਿਫਟ ਦਾ ਮਤਲਬ ਹੁੰਦਾ ਵੀ ਆਪਾਂ ਉਹਦੇ ਬਦਲੇ ਵਿੱਚ ਕੁਝ ਨਹੀਂ ਦੇਣਾ। ਠੀਕ ਹੈ, ਕਿ ਕਿਸੇ ਦੇਸ਼ ਨੇ ਆਪਾਂ ਨੂੰ ਕੀ ਡੋਨੇਟ ਕੀਤਾ ਜਾਂ ਆਪਾਂ ਕਿਸੇ ਦੇਸ਼ ਨੂੰ ਕੁਝ ਡੋਨੇਸ਼ਨ ਦੇ ਰਹੇ ਹਾਂ, ਦਾਨ ਦੇ ਰਹੇ ਹਾਂ। ਦਾਨ ਦਾ ਮਤਲਬ ਕੀ ਹੁੰਦਾ ਵੀ ਸਿਰਫ ਆਪਾਂ ਦੇਣਾ ਹੀ ਆ, ਉਹਦੇ ਤੋਂ ਰਿਟਰਨਸ ਕੋਈ ਨਹੀਂ ਆਊਗਾ। ਸੋ ਤਾਂ ਹੀ ਇਹਨੂੰ ਇੱਕ ਤਰਫਾ ਕਿਹਾ ਜਾਂਦਾ ਵੀ ਉਹਦੇ ਬਦਲੇ ਵਿੱਚ ਕੀ ਹੈ, ਇੱਕ ਦੇਸ਼ ਹੀ ਭੇਜੂਗਾ, ਉਹਦੇ ਬਦਲੇ ਵਿੱਚ ਕੁਝ ਵੀ ਨਹੀਂ ਹਾਸਿਲ ਕੀਤਾ ਜਾਂਦਾ। ਰੈਮਿਟੈਂਸ ਇਹਦੇ ਵਿੱਚ ਵੀ ਇਨਕਲੂਡ ਹੁੰਦੇ ਆ ਜਿਹਨੂੰ ਯੂਨੀਲੇਟਰੀ ਜਾਂ ਇੱਕ ਤਰਫਾ ਕੀ ਕਿਹਾ ਜਾਂਦਾ, ਟ੍ਰਾਂਸਫਰਸ ਕਿਹਾ ਜਾਂਦਾ। ਇਸ ਤੋਂ ਬਿਨਾਂ ਕੈਪੀਟਲ ਟ੍ਰਾਂਸਫਰ ਦੇ ਵਿੱਚ ਕੀ ਹੁੰਦਾ, ਦੇਖੋ ਕੈਪੀਟਲ ਟ੍ਰਾਂਸਫਰ ਨੂੰ ਪੂੰਜੀ ਹਸਤਾਂਤਰਨ ਵੀ ਕਿਹਾ ਜਾਂਦਾ। ਠੀਕ ਹੈ, ਕੈਪੀਟਲ ਟ੍ਰਾਂਸਫਰ are related to the capital receipt and the capital payments. ਠੀਕ ਹੈ, ਕੈਪੀਟਲ ਸ਼ਬਦ ਆ ਗਿਆ ਮਤਲਬ ਇਹਦੇ ਵਿੱਚ ਹਰੇਕ ਤਰ੍ਹਾਂ ਦੀ ਪੂੰਜੀ ਦੀ ਗੱਲ ਕੀਤੀ ਜਾਊਗੀ। ਠੀਕ ਹੈ, ਇਹਦੇ ਵਿੱਚ ਕੀ ਰਿਲੇਟ ਕਰਦੇ ਆ, ਕਿਹਦੇ ਨਾਲ ਸੰਬੰਧਿਤ ਹੁੰਦੇ ਆ ਇਹ ਕੈਪੀਟਲ ਟ੍ਰਾਂਸਫਰ, ਕੈਪੀਟਲ ਰਿਸਿਪਟ ਨਾਲ ਤੇ ਕੈਪੀਟਲ ਪੇਮੈਂਟਸ ਨਾਲ। ਠੀਕ ਹੈ, ਦੇਖੋ ਪੂੰਜੀ ਪ੍ਰਾਪਤੀਆਂ ਅਤੇ ਪੂੰਜੀ ਭੁਗਤਾਨਾਂ ਦੇ ਨਾਲ ਕੈਪੀਟਲ ਟ੍ਰਾਂਸਫਰ ਪੂੰਜੀ ਹਸਤਾਂਤਰਨ ਕੀ ਆ ਸੰਬੰਧ ਰੱਖਦਾ। ਦੇਖੋ ਜਿਵੇਂ ਐਗਜ਼ਾਮਪਲ ਆ, ਜਿਵੇਂ ਕਿਸੇ ਦੇਸ਼ ਤੋਂ ਆਪਾਂ ਉਧਾਰ ਲਿਆ। ਠੀਕ ਹੈ, ਉਹਨੂੰ ਪੂੰਜੀ ਕੈਪੀਟਲ ਟ੍ਰਾਂਸਫਰ ਦੇ ਵਿੱਚ ਲਿਆ ਜਾਂਦਾ। ਰੀਪੇਮੈਂਟ ਆਫ ਲੋਨਸ, ਕਿਸੇ ਤੋਂ ਆਪਾਂ ਲੋਨ ਵਗੈਰਾ ਲਏ ਸੀਗੇ। ਠੀਕ ਹੈ, ਤੇ ਉਹਦੀ ਅਦਾਇਗੀ ਕੀਤੀ ਜਦੋਂ ਆਪਾਂ ਰੀਪੇਮੈਂਟ ਕੀਤੀ। ਠੀਕ ਹੈ, ਕਰਜ਼ਿਆਂ ਦੀ ਅਦਾਇਗੀ ਮਤਲਬ ਉਹਨਾਂ ਨੂੰ ਵਾਪਸ ਕੀਤੇ, ਉਹਨਾਂ ਨੂੰ ਕੈਪੀਟਲ ਟ੍ਰਾਂਸਫਰ ਦੇ ਵਿੱਚ ਲਿਆ ਜਾਂਦਾ। ਇਸ ਤੋਂ ਬਿਨਾਂ ਇਹਦੇ ਵਿੱਚ ਪਰਚੇਜ਼ ਆਫ ਐਸੈਟਸ ਜਿਵੇਂ ਸੰਪਤੀ ਦੀ ਖਰੀਦ ਜਾਂ ਵੇਚ ਆ ਜਾਂਦੀ ਹੈ। ਠੀਕ ਹੈ, ਇਸ ਤੋਂ ਬਿਨਾਂ ਦੇਖੋ ਇਨ ਅਦਰ ਵਰਡਸ ਕੈਪੀਟਲ ਟ੍ਰਾਂਸਫਰ ਆਰ ਦੀਜ਼ ਆਈਟਮਸ ਆਫ BOP ਵਿੱਚ। ਠੀਕ ਹੈ, ਕੈਪੀਟਲ ਟ੍ਰਾਂਸਫਰ BOP ਦੀਆਂ ਉਹ ਆਈਟਮਸ ਹੁੰਦੀਆਂ ਜਿਹਦੇ ਵਿੱਚ ਕੀ ਆ ਮੇਕ ਚੇਂਜਸ ਇਨ ਦਾ ਐਸੈਟਸ ਐਂਡ ਲਾਇਬਿਲਿਟੀਜ਼ ਸਟੇਟਸ ਆਫ ਦਾ ਪਾਰਟੀਸਪੇਟਿੰਗ ਟ੍ਰੇਡਿੰਗ ਨੇਸ਼ਨ। ਠੀਕ ਹੈ, ਜੋ ਵੀ ਆਪਸ ਵਿੱਚ ਟ੍ਰੇਡ ਕਰ ਰਹੇ ਹੁੰਦੇ ਆ, ਕੋਈ ਵੀ ਰਾਸ਼ਟਰ, ਕੋਈ ਵੀ ਦੇਸ਼। ਠੀਕ ਹੈ, ਇਹ ਜਿਹੜੀਆਂ ਕੈਪੀਟਲ ਟ੍ਰਾਂਸਫਰ ਕਰਨ ਦੇ ਨਾਲ ਉਹਨਾਂ ਦੀਆਂ ਲਾਇਬਿਲਿਟੀਜ਼
ਵਿੱਚ ਤੇ ਐਸਿਡ ਦੇ ਵਿੱਚ ਕੀ ਆ ਉਹਨਾਂ ਦੇ ਵਿੱਚ ਚੇਂਜ ਆਉਂਦਾ। ਠੀਕ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ? ਕੈਪੀਟਲ ਟਰਾਂਸਫਰਸ। ਕੈਪੀਟਲ ਟਰਾਂਸਫਰ ਕਰਾਂਗੇ ਜਦੋਂ ਆਪਾਂ ਪੂੰਜੀ ਭੇਜਾਂਗੇ, ਆਪਾਂ ਨੂੰ ਪਤਾ ਵੀ ਐਸਿਡਸ ਕੀ ਹੁੰਦੇ ਆ, ਲਾਇਬਿਲਿਟੀਜ਼ ਕੀ ਹੁੰਦੀ ਆ, ਉਹਨਾਂ ਦੇ ਵਿੱਚ ਵੀ ਕੀ ਆ ਫਰਕ ਪੈਂਦਾ। ਸੋ ਆਪਾਂ ਕੀ ਸਟਾਰਟ ਕਰਨਾ, ਅੱਜ ਆਪਾਂ ਸਟਰਕਚਰ ਦੇਖਣਾ ਵੀ BOP ਦਾ ਸਟਰਕਚਰ ਕੀ ਆ, ਭੁਗਤਾਨ ਬਾਕੀ ਦਾ ਕੀ ਢਾਂਚਾ। BOP ਦੇ ਸਟਰਕਚਰ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਫਸਟ ਹੈਗਾ ਕਰੰਟ ਅਕਾਊਂਟ ਤੇ ਸੈਕਿੰਡ ਹੈਗਾ ਕੈਪੀਟਲ ਅਕਾਊਂਟ। ਕਰੰਟ ਅਕਾਊਂਟ ਮੀਨਸ ਚਾਲੂ ਖਾਤੇ ਦਾ ਭੁਗਤਾਨ ਬਾਕੀ, ਕੈਪੀਟਲ ਅਕਾਊਂਟ ਮੀਨਸ ਪੂੰਜੀ ਖਾਤੇ ਦਾ ਭੁਗਤਾਨ ਬਾਕੀ। ਠੀਕ ਹੈ, ਇਹ ਦੇਖਣ 'ਚ ਡਿਫੀਕਲਟ ਲੱਗਦਾ ਬਟ ਇਹਦੇ ਵਿੱਚ ਹੈ ਕੁਝ ਨਹੀਂ। ਦੇਖੋ ਕਰੰਟ ਅਕਾਊਂਟ ਦੇ ਵਿੱਚ ਆਪਾਂ ਦੇਖਣਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲਿਆ ਜਾਂਦਾ, ਕਿਹੜੀਆਂ ਕਿਹੜੀਆਂ ਆਈਟਮਸ ਨੂੰ ਲਿਆ ਜਾਂਦਾ, ਤੇ ਕੈਪੀਟਲ ਅਕਾਊਂਟ ਦੇ ਵਿੱਚ ਕੀ ਹੈ, ਕਿਹੜੀਆਂ ਕਿਹੜੀਆਂ ਆਈਟਮਸ ਨੂੰ ਲਿਆ ਜਾਂਦਾ। ਠੀਕ ਹੈ, ਸੋ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ BOP ਦੇ ਵਿੱਚ ਵਿਜ਼ੀਬਲ ਟ੍ਰੇਡ ਅਕਾਊਂਟਸ ਲਿਆ ਜਾਂਦਾ, ਇਨਵਿਜ਼ੀਬਲ ਲਿਆ ਜਾਂਦਾ, ਯੂਨੀਲਿਟਰਲ ਲਿਆ ਜਾਂਦਾ ਤੇ ਕੈਪੀਟਲ ਟਰਾਂਸਫਰ ਲਿਆ ਜਾਂਦਾ। ਠੀਕ ਹੈ, BOP ਦੀ ਗੱਲ ਕਰ ਰਹੇ ਹਾਂ ਇੱਥੇ। ਠੀਕ ਹੈ, ਹੁਣ ਆਪਾਂ ਦੇਖਣਾ ਤੇ ਇਹਨਾਂ ਦੇ ਵਿੱਚੋਂ ਕਰੰਟ ਅਕਾਊਂਟ ਦੇ ਵਿੱਚ ਕਿਹੜੇ ਆ ਜਾਂਦੇ ਆ ਤੇ ਕੈਪੀਟਲ ਅਕਾਊਂਟ ਦੇ ਵਿੱਚ ਕਿਹੜੇ ਆ ਜਾਂਦੇ ਆ। ਦੇਖੋ ਕਰੰਟ ਅਕਾਊਂਟ ਦੇ ਵਿੱਚ ਚਾਲੂ ਖਾਤੇ ਦੇ ਵਿੱਚ ਵਿਜ਼ੀਬਲ ਟ੍ਰੇਡ ਅਕਾਊਂਟਸ, ਠੀਕ ਹੈ, ਜਿਹੜੀਆਂ ਦਿਸਣਯੋਗ ਵਸਤੂਆਂ ਹੁੰਦੀਆਂ ਉਹਨਾਂ ਦਾ ਟ੍ਰੇਡ ਹੁੰਦਾ, ਜਿਹੜੀਆਂ ਨਹੀਂ ਦਿਖਦੀਆਂ, ਠੀਕ ਹੈ, ਅਦਿੱਖ ਵਸਤੂਆਂ ਹੁੰਦੀਆਂ ਉਹਨਾਂ ਦੇ ਅਕਾਊਂਟ ਨੂੰ ਲਿਆ ਜਾਂਦਾ, ਤੇ ਯੂਨੀਲਿਟਰਲ ਇੱਕ ਤਰਫਾ ਟਰਾਂਸਫਰ ਹੁੰਦਾ। ਠੀਕ ਹੈ, ਜੋ ਗਿਫਟ ਵਗੈਰਾ ਦਿੰਦੇ ਆ ਆਪਾਂ, ਡੋਨੇਸ਼ਨਸ ਵਗੈਰਾ ਦਿੰਦੇ ਆ, ਠੀਕ ਹੈ, ਉਹਨਾਂ ਨੂੰ ਕੀ ਆ ਕਰੰਟ ਅਕਾਊਂਟ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ। ਹੁਣ ਬਾਕੀ ਬਚਿਆ ਕੀ, ਕੈਪੀਟਲ ਟਰਾਂਸਫਰ, ਉਹਨੂੰ ਕਾਹਦੇ ਵਿੱਚ ਰੱਖਾਂਗੇ ਆਪਾਂ, ਕੈਪੀਟਲ ਅਕਾਊਂਟ ਦੇ ਵਿੱਚ ਰੱਖਾਂਗੇ। ਸੋ ਕੈਪੀਟਲ ਅਕਾਊਂਟ ਦੇ ਵਿੱਚ ਸਿਰਫ ਕੀ ਆਊਗਾ, ਕੈਪੀਟਲ ਟਰਾਂਸਫਰ। ਪੂੰਜੀ ਖਾਤੇ ਦੇ ਵਿੱਚ ਕੀ ਆ, ਪੂੰਜੀ ਹਸਤਾਂਤਰਨ ਨੂੰ ਲਿਆ ਜਾਊਗਾ। ਠੀਕ ਹੈ, ਇਹੀ ਮੇਨ ਪੁਆਇੰਟ ਸੀ ਜੋ ਇਹਦਾ ਯਾਦ ਰੱਖਣਾ ਸੀ। ਠੀਕ ਹੈ, ਹੁਣ ਜਿਹੜੇ ਆ ਕਰੰਟ ਅਕਾਊਂਟ ਆ ਤੇ ਕੈਪੀਟਲ ਅਕਾਊਂਟ ਆ, ਇਹਨਾਂ ਨੂੰ ਵੀ 2 ਪਾਰਟਸ ਦੇ ਵਿੱਚ ਕੀ ਆ ਅੱਗੇ ਲਿਆ ਜਾਂਦਾ। ਇਹਨਾਂ ਦੋਨਾਂ ਦੀ ਕੀ ਆ, ਇੱਕ ਕ੍ਰੈਡਿਟ ਸਾਈਡ ਹੁੰਦੀ ਆ ਤੇ ਇੱਕ ਡੈਬਿਟ ਸਾਈਡ ਹੁੰਦੀ ਆ। ਠੀਕ ਹੈ, ਜੇ ਆਪਾਂ ਕਿਸੇ ਨੂੰ ਕੀ ਆ ਪੇਮੈਂਟਸ ਕਰਦੇ ਆ, ਕਿਸੇ ਤੋਂ ਚੀਜ਼ ਲਈ ਤਾਂ ਆਪਾਂ ਨੂੰ ਪੇਮੈਂਟ ਕਰਨੀ ਪੈਂਦੀ ਆ, ਉਹ ਆਪਾਂ ਦੇਖਦੇ ਆ ਵੀ ਕਿਹੜੀ ਪਾਸੇ ਆਪਾਂ ਉਹਨੂੰ ਰੱਖਾਂਗੇ। ਠੀਕ ਹੈ, ਜੇ ਕ੍ਰੈਡਿਟ ਆ, ਜੇ ਆਪਾਂ ਨੂੰ ਕੁਝ ਪ੍ਰਾਪਤ ਹੋ ਰਿਹਾ, ਬਾਕੀ ਦੇਸ਼ ਆਪਾਂ ਨੂੰ ਕੀ ਆ ਪੇਮੈਂਟ ਕਰ ਰਹੇ ਨੇ, ਤਾਂ ਉਹ ਕ੍ਰੈਡਿਟ ਸਾਈਡ ਤੇ ਰੱਖਾਂਗੇ। ਜੇ ਆਪਾਂ ਬਾਕੀ ਦੇਸ਼ਾਂ ਨੂੰ ਪੇਮੈਂਟ ਕਰ ਰਹੇ ਆ, ਠੀਕ ਹੈ, ਬਾਹਰ ਪੇਮੈਂਟ ਕਰ ਰਹੇ ਆ, ਤਾਂ ਉਹਨੂੰ ਕੀ ਹੈ ਡੈਬਿਟ ਸਾਈਡ ਦੇ ਵਿੱਚ ਰੱਖਾਂਗੇ। ਸੋ ਠੀਕ ਹੈ, ਦੇਖੋ ਇਸ ਤੋਂ ਬਿਨਾਂ ਜਿਹੜਾ ਇਨਫਲੋ ਹੋਊਗਾ, ਠੀਕ ਹੈ, ਪੈਸੇ ਦਾ ਇਨਫਲੋ ਹੋਊਗਾ ਆਪਣੀ ਕੰਟਰੀ ਦੇ ਵਿੱਚ, ਉਹ ਕੀ ਆ ਕ੍ਰੈਡਿਟ ਸਾਈਡ, ਤੇ ਜਿਹੜਾ ਆਊਟਫਲੋ ਹੋਊਗਾ ਉਹਨੂੰ ਕੀ ਡੈਬਿਟ ਸਾਈਡ ਤੇ ਰੱਖਾਂਗੇ। ਠੀਕ ਹੈ, ਅੰਦਰੂਨੀ ਪ੍ਰਵਾਹ ਮਤਲਬ ਜੇ ਪੈਸਾ ਆਪਣੇ ਅੰਦਰ ਆ ਰਿਹਾ, ਆਪਣੀ ਕੰਟਰੀ ਦੇ ਅੰਦਰ ਆ ਰਿਹਾ, ਠੀਕ ਹੈ, ਤਾਂ ਉਹਨੂੰ ਕ੍ਰੈਡਿਟ ਸਾਈਡ ਤੇ ਰਿਸਿਪਟ ਬੋਲਾਂਗੇ। ਠੀਕ ਹੈ, ਰਿਸਿਪਟ ਕਿਤੋਂ ਬਣਿਆ, ਰਿਸੀਵ ਕਰਦੇ ਹਾਂ ਜੋ ਕੁਝ ਵੀ ਆਪਾਂ। ਠੀਕ ਹੈ, ਇਸ ਤੋਂ ਬਿਨਾਂ ਜਿਹੜਾ ਆਊਟਫਲੋ ਆ, ਬਾਹਰੀ ਪ੍ਰਵਾਹ ਹੋ ਰਿਹਾ ਪੈਸੇ ਦਾ, ਠੀਕ ਹੈ, ਉਹਨੂੰ ਡੈਬਿਟ ਸਾਈਡ ਤੇ ਰੱਖਾਂਗੇ, ਪੇਮੈਂਟ 'ਚ ਰੱਖਾਂਗੇ। ਸੋ ਦੇਖੋ ਅਕਾਊਂਟ ਦੇ ਵਿੱਚ ਜਿਹੜਾ ਪੈਸਾ ਪਲੱਸ ਹੋ ਰਿਹਾ ਉਹਨੂੰ ਕ੍ਰੈਡਿਟ ਸਾਈਡ ਤੇ ਜਿਹੜਾ ਪੈਸਾ ਅਕਾਊਂਟ ਦੇ ਵਿੱਚੋਂ ਮਾਈਨਸ ਹੋ ਰਿਹਾ ਉਹਨੂੰ ਡੈਬਿਟ ਸਾਈਡ ਤੇ ਰੱਖਾਂਗੇ। ਇਸ ਤੋਂ ਅੱਗੇ ਦੇਖੋ ਕਰੰਟ ਅਕਾਊਂਟ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ। ਇਹਦੇ ਵਿੱਚ ਵਿਜ਼ੀਬਲ ਟ੍ਰੇਡ ਅਕਾਊਂਟ ਹੁੰਦਾ, ਇਨਵਿਜ਼ੀਬਲ ਟ੍ਰੇਡ ਅਕਾਊਂਟ ਹੁੰਦਾ, ਠੀਕ ਹੈ, ਇਨਵੈਸਟਮੈਂਟ ਅਕਾਊਂਟ ਹੁੰਦਾ ਤੇ ਅਦਰਸ ਹੁੰਦੇ ਆ। ਦੇਖੋ ਵਿਜ਼ੀਬਲ ਆਈਟਮ ਦੇ ਵਿੱਚ ਜਿਹੜੀਆਂ ਮਟੀਰੀਅਲ ਦੀਆਂ ਗੁਡਸ ਹੁੰਦੀਆਂ ਜਿਹਨੂੰ ਆਪਾਂ ਦੇਖ ਸਕਦੇ ਆ, ਉਹਨਾਂ ਦਾ ਐਕਸਪੋਰਟ ਤੇ ਇੰਪੋਰਟ ਹੁੰਦਾ। ਇਨਵਿਜ਼ੀਬਲ ਦੇ ਵਿੱਚ ਕੀ ਆ, ਖਰੀਦਿਆ ਜਾਂਦਾ, ਵੇਚਿਆ ਜਾਂਦਾ, ਕਿਹਨਾਂ ਨੂੰ, ਸਰਵਿਸ ਸੇਵਾਵਾਂ ਨੂੰ। ਸੇਵਾਵਾਂ ਦੇ ਵਿੱਚ ਕੀ ਕੀ ਸ਼ਾਮਿਲ ਹੁੰਦਾ, ਬੈਂਕਿੰਗ, ਇੰਸ਼ੋਰੈਂਸ, ਠੀਕ ਹੈ, ਟਰਾਂਸਪੋਰਟੇਸ਼ਨ ਐਜ਼ ਸੱਚ ਐਜ਼ ਸ਼ਿਪਿੰਗ, ਠੀਕ ਹੈ, ਟਰਾਂਸਪੋਰਟੇਸ਼ਨ ਮਤਲਬ ਢੋਆ ਢੁਆਈ ਹੁੰਦੀ ਹੈ, ਸ਼ਿਪਿੰਗ ਦੁਬਾਰਾ। ਇਸ ਤੋਂ ਬਿਨਾਂ ਸਰਵਿਸ ਪ੍ਰੋਵਾਈਡ ਫਰੋਮ ਟੂ ਫੋਰਨ ਟੂਰਿਸਟ ਸਟੂਡੈਂਟਸ, ਠੀਕ ਹੈ, ਸਟੂਡੈਂਟਸ ਜਾਂਦੇ ਆ ਜਾਂ ਟੂਰਿਜ਼ਮ ਜਾਂਦੇ ਆ, ਠੀਕ ਹੈ, ਬੇਸ 'ਤੇ ਕੋਈ ਵੀ ਜਾਂਦਾ, ਉਹ ਸਰਵਿਸ ਆ। ਜਿਹੜਾ ਦੇਖੋ ਹੁਣ ਆਪਣੇ ਦੇਸ਼ ਵਿੱਚ ਕੋਈ ਘੁੰਮਣ ਆਇਆ, ਠੀਕ ਹੈ, ਉਹ ਜੋ ਵੀ ਆਪਣੇ ਦੇਸ਼ ਨੂੰ ਕੀ ਆ ਇਨਕਮ ਦਊਗਾ। ਇਨਕਮ ਕਿਵੇਂ ਦਊਗਾ ਵੀ ਉਹਨੇ ਕੁਝ ਦੇਖਣਾ, ਉਹਦੇ ਲਈ ਉਹਨਾਂ ਨੂੰ ਪੇਮੈਂਟ ਕਰਨੀ ਪਊਗੀ। ਠੀਕ ਹੈ, ਉਹ ਆਪਣੇ ਦੇਸ਼ ਕੋਲ ਆਈ। ਸੋ ਜਿਹੜੇ ਸਟੂਡੈਂਟਸ ਆ ਆਪਣੇ ਦੇਸ਼ ਵਿੱਚ ਜਾਂ ਪੜ੍ਹਨ ਆਉਂਦੇ ਆ, ਠੀਕ ਹੈ, ਤਾਂ ਉਹ ਕੀ ਆ ਜਾਂ ਆਪਣੇ ਸਟੂਡੈਂਟ ਆ ਕਿਸੇ ਦੇਸ਼ ਕੋਲ ਪੜ੍ਹਨ ਜਾਂਦੇ ਆ ਤਾਂ ਉਹਨਾਂ ਨੂੰ ਪੇਮੈਂਟ ਕਰਦੇ ਆ। ਠੀਕ ਹੈ, ਇਹ ਤਰ੍ਹਾਂ ਦੀਆਂ ਕੀ ਆ ਇਨਵਿਜ਼ੀਬਲ ਕੀ ਆ ਆਈਟਮਸ ਆ, ਇਹ ਸਾਰੀਆਂ ਇਨਵਿਜ਼ੀਬਲ ਅਕਾਊਂਟਸ ਦੇ ਵਿੱਚ ਆ ਜਾਂਦੀਆਂ। ਇਸ ਤੋਂ ਬਿਨਾਂ ਦੇਖੋ ਇਨਵੈਸਟਮੈਂਟ ਅਕਾਊਂਟ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਂਦਾ।
ਜਿਵੇਂ ਪੇਮੈਂਟਸ ਐਂਡ ਰਿਸਿਪਟ ਫॉर ਦਾ ਯੂਜ਼ ਆਫ ਕੈਪੀਟਲ, ਜੇ ਕਿਸੇ ਦੀ ਆਪਾਂ ਕੈਪੀਟਲ ਯੂਜ਼ ਕੀਤੀ ਹੈ ਉਹਦੇ ਲਈ ਜੋ ਭੁਗਤਾਨ ਜਾਂ ਪ੍ਰਾਪਤੀਆਂ ਹੁੰਦੀਆਂ ਉਹਨਾਂ ਨੂੰ ਲਿਆ ਜਾਂਦਾ, ਠੀਕ ਹੈ, ਸਿਰਫ ਇਨਵੈਸਟਮੈਂਟ ਕਰਨ 'ਤੇ। ਜਾਂ ਟਰਾਂਸਫਰ ਆਫ ਪ੍ਰੋਫਿਟ, ਜੇ ਕਿਸੇ ਦੀ ਕੰਪਨੀ ਨੇ ਆਪਣੇ ਦੇਸ਼ ਵਿੱਚ ਕੰਮ ਕੀਤਾ, ਉਹਨੂੰ ਪ੍ਰੋਫਿਟ ਹੋਇਆ ਤਾਂ ਉਹ ਪ੍ਰੋਫਿਟ ਆਪਣੇ ਦੇਸ਼ ਵਿੱਚ ਹੀ ਲੈ ਕੇ ਜਾਊਗਾ ਨਾ, ਠੀਕ ਹੈ। ਸੋ ਇਹਨੂੰ ਵੀ ਕੀ ਆ, ਇਨਵੈਸਟਮੈਂਟ ਅਕਾਊਂਟ ਅਤੇ ਕਰੰਟ ਅਕਾਊਂਟ ਵਿੱਚ ਸ਼ਾਮਿਲ ਕੀਤਾ ਜਾਂਦਾ। ਅਦਰਸ ਵਿੱਚ ਉਹੀ ਯੂਨੀਲੇਟਰ ਨੂੰ ਆਪਾਂ ਯੂਜ਼ ਕਰਾਂਗੇ। ਦੇਖੋ ਅਦਰਸ ਦੇ ਵਿੱਚ ਡੋਨੇਸ਼ਨਸ, ਗਿਫਟ ਪੇਮੈਂਟਸ, ਰਿਸਿਪਟ, ਠੀਕ ਹੈ, ਏਡ ਗ੍ਰਾਂਟਸ, ਮਤਲਬ ਕਿਸੇ ਨੂੰ ਕੋਈ ਹੈਲਪ ਦਿੱਤੀ ਆ ਉਹਨੂੰ ਵੀ ਸ਼ਾਮਿਲ ਕੀਤਾ ਜਾਂਦਾ। ਸੋ ਇਸ ਤੋਂ ਅੱਗੇ ਆਪਾਂ ਪੜ੍ਹਾਂਗੇ ਵੀ ਕੈਪੀਟਲ ਅਕਾਊਂਟ ਦੇ ਵਿੱਚ ਅੱਗੇ ਕੀ ਕੀ ਸ਼ਾਮਿਲ ਕੀਤਾ ਜਾਂਦਾ। ਦੇਖੋ ਪੂੰਜੀ ਖਾਤੇ ਦੇ ਵਿੱਚ ਕੀ ਆ, BOP ਔਨ capital account refers to the payments to and by a country of debits and such other long term claims on each other, ਠੀਕ ਹੈ। ਜੋ ਵੀ ਜਿਹੜੀਆਂ ਕੰਟਰੀਜ਼ ਹੁੰਦੀਆਂ ਉਹਨਾਂ ਦੁਆਰਾ ਰਿਸੀਵ ਕੀਤੀਆਂ ਜਾਂਦੀਆਂ ਜਾਂ ਪੇਮੈਂਟਸ ਕੀਤੀਆਂ ਜਾਂਦੀਆਂ ਉਹਨਾਂ ਲਈ ਕੀ ਆ, ਪੇਮੈਂਟਸ ਕੀ ਆ, ਆਪਣੇ ਆਪਾਂ ਕਿਸੇ ਨੂੰ ਕਰ ਰਹੇ ਆ ਉਹਨੂੰ ਡੈਬਿਟ ਸਾਈਡ 'ਤੇ ਲਵਾਂਗੇ, ਠੀਕ ਹੈ। ਅਤੇ ਉਹ ਕੀ ਆ, ਕਿਸੇ ਵੀ ਕੰਟਰੀ ਨੇ ਕਿਸੇ ਤੋਂ ਕੀ ਆ ਲੋਨ ਲਗਾਇਆ, ਠੀਕ ਹੈ, ਡੈਟ ਵਗੈਰਾ ਲਏ ਆ, ਉਹਦੀ ਪੇਮੈਂਟਸ ਕਰਨਗੇ ਕੀ ਆ, ਕੈਪੀਟਲ ਅਕਾਊਂਟ ਦੇ ਵਿੱਚ ਰੱਖਾਂਗੇ, ਆਪਾਂ ਪਹਿਲਾਂ ਹੀ ਪੜ੍ਹਿਆ, ਠੀਕ ਹੈ। ਇਹਦੇ ਨਾਲ ਕੀ ਹੋਊਗਾ, ਜਿਹੜੀਆਂ ਉਸ ਦੇਸ਼ ਦੇ ਐਸੈਟਸ ਆ, ਸੰਪਤੀ ਆ ਅਤੇ ਲਾਇਬਿਲਿਟੀ ਦਾ ਸਟੇਟਸ ਆ ਕੀ ਆ ਉਹਦੇ ਵਿੱਚ ਵੀ ਚੇਂਜ ਆਊਗਾ, ਠੀਕ ਹੈ। ਨਾਲ ਕੰਟਰੀ ਦੇ ਲਾਇਬਿਲਿਟੀਜ਼ ਤੇ ਐਸੈਟਸ ਦੇ ਵਿੱਚ ਵੀ ਚੇਂਜ ਆਊਗਾ ਅਤੇ ਉਹਦੀ ਜਿਹੜੀ ਸਰਕਾਰ ਆ ਉਹਦੀ ਵੀ ਕੀ ਆ, ਐਸੈਟਸ ਤੇ ਲਾਇਬਿਲਿਟੀਜ਼ ਦੇ ਵਿੱਚ ਕੀ ਆ, ਚੇਂਜ ਆਊਗਾ। ਸੋ ਦੇਖੋ ਇਹਦੇ ਵਿੱਚ ਕਿਹਨੂੰ ਸ਼ਾਮਿਲ ਕੀਤਾ ਜਾਂਦਾ, ਇਹਦੇ ਵਿੱਚ ਕੀ ਆ, ਫਸਟ ਕੀ ਆ, ਪ੍ਰਾਈਵੇਟ ਫੋਰਨ ਲੋਨਸ ਨੂੰ ਸ਼ਾਮਿਲ ਕੀਤਾ ਜਾਂਦਾ, ਜਿਵੇਂ ਨਿੱਜੀ ਵਿਦੇਸ਼ੀ ਕਰਜ਼ੇ, ਮਤਲਬ ਕੋਈ ਵੀ ਕੰਪਨੀ ਆ, ਪ੍ਰਾਈਵੇਟ ਕੰਪਨੀ ਆ, ਠੀਕ ਹੈ। ਦੇਖੋ ਫੋਰਨ ਲੋਨਸ ਰਿਸੀਵਡ ਬਾਏ ਦਾ ਪ੍ਰਾਈਵੇਟ ਸੈਕਟਰ ਆਰ ਇਨਕਲੂਡਡ ਇਨ ਦਾ ਕ੍ਰੈਡਿਟ, ਠੀਕ ਹੈ। ਦੇਖੋ ਆਪਣੀ ਕਿਸੇ ਵੀ ਕੰਪਨੀ ਨੇ, ਪ੍ਰਾਈਵੇਟ ਕੰਪਨੀ ਆ ਕੋਈ ਵੀ, ਉਹਨੇ ਕੀ ਆ, ਵਿਦੇਸ਼ਾਂ ਤੋਂ ਲੋਨ ਵਗੈਰਾ ਲਏ, ਜਦੋਂ ਉਹਨੇ ਲੋਨ ਲੈ ਲਏ ਮਤਲਬ ਉਹਦੇ ਕੋਲ ਪੈਸਾ ਆ ਗਿਆ ਤਾਂ ਉਹਨੂੰ ਕਿਹਦੇ ਵਿੱਚ ਰੱਖੂਗਾ, ਕ੍ਰੈਡਿਟ ਸਾਈਡ 'ਤੇ, ਮਤਲਬ ਪੈਸਾ ਆ ਰਿਹਾ, ਠੀਕ ਹੈ, ਪਲੱਸ ਹੋ ਰਿਹਾ ਉਹਦੇ ਅਕਾਊਂਟ ਦੇ ਵਿੱਚ। ਸੋ ਜੇ ਇਹ ਰੀਪੇਮੈਂਟ, ਹੁਣ ਜੇ ਆਪਾਂ ਪੈਸਾ ਲਿਆ ਕਿਸੇ ਤੋਂ, ਉਹਦੀ ਰੀਪੇਮੈਂਟ ਵੀ ਕਰਨੀ ਪਊਗੀ ਆਪਾਂ ਨੂੰ, ਉਹ ਚੁਕਾਉਣਾ ਵੀ ਪਊਗਾ। ਸੋ ਜਦੋਂ ਆਪਾਂ ਪੈਸੇ ਨੂੰ ਚੁਕਾ ਦਾਂਗੇ ਤਾਂ ਉਹਨਾਂ ਨੂੰ ਉਹਨਾਂ ਦੇ ਕੀ ਆ, ਜਿਹੜੇ ਕਰਜ਼ੇ ਵਗੈਰਾ ਉਹਨੂੰ ਰੇਟ ਆਫ ਇੰਟਰਸਟ ਵੀ ਦੇਵਾਂਗੇ ਨਾਲ, ਠੀਕ ਹੈ। ਸੋ ਉਹਨੂੰ ਕੀ ਆ, ਉਹ ਆਪਣਾ ਮਾਈਨਸ ਹੋ ਰਿਹਾ, ਉਹਨੂੰ ਡੈਟ ਅਕਾਊਂਟ ਦੇ ਵਿੱਚ ਹੀ ਰੱਖਾਂਗੇ। ਸੋ ਜਿਹੜਾ ਕੈਪੀਟਲ ਅਕਾਊਂਟ ਆ ਉਹਦਾ ਅਗਲਾ ਪਾਰਟ ਕੀ ਆ, ਮੂਵਮੈਂਟਸ ਇਨ ਬੈਂਕਿੰਗ ਕੈਪੀਟਲ। ਬੈਂਕਿੰਗ ਕੈਪੀਟਲ ਦਾ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਬੈਂਕਿੰਗ ਸਰਵਿਸ ਦੇ ਦੁਆਰਾ ਪੈਸਾ ਇੱਧਰ ਉੱਧਰ ਗਿਆ ਅਤੇ ਉਹਨੂੰ ਕਿਵੇਂ ਲਿਆ ਜਾਂਦਾ, ਠੀਕ ਹੈ। ਜੇਕਰ ਪੈਸਾ ਕੀ ਆ, ਪੈਸੇ ਦਾ ਇਨਫਲੋ ਹੋ ਰਿਹਾ ਮਤਲਬ ਪਲੱਸ ਹੋ ਰਿਹਾ ਤਾਂ ਉਹਨੂੰ ਕਾਹਦੀ ਸਾਈਡ 'ਤੇ ਲਿਆ ਜਾਊਗਾ, ਕ੍ਰੈਡਿਟ ਸਾਈਡ 'ਤੇ। ਜੇ ਕੀ ਆ, ਪੈਸੇ ਦਾ ਆਊਟਫਲੋ ਹੋ ਰਿਹਾ ਮਤਲਬ ਕੁਝ ਮਾਈਨਸ ਹੋ ਰਿਹਾ ਅਤੇ ਉਹਨੂੰ ਡੈਬਿਟ ਅਕਾਊਂਟ ਦੇ ਵਿੱਚ ਹੀ ਲਿਆ ਜਾਊਗਾ, ਠੀਕ ਹੈ। ਇਸ ਤੋਂ ਬਿਨਾਂ ਜਿਹੜੇ ਓਫੀਸ਼ੀਅਲ ਕੈਪੀਟਲ ਟ੍ਰਾਂਜੈਕਸ਼ਨਸ ਹੁੰਦੀਆਂ, ਓਫੀਸ਼ੀਅਲ ਮਤਲਬ ਦਫ਼ਤਰੀ ਲੈਣ ਦੇਣ ਹੁੰਦਾ ਪੂੰਜੀ ਦਾ, ਕੈਪੀਟਲ ਦਾ, ਉਹਨੂੰ ਵੀ ਕੀ ਆ, ਕੈਪੀਟਲ ਅਕਾਊਂਟ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ। ਇਹਦੇ ਵਿੱਚ ਜਿਵੇਂ ਕਰਜ਼ੇ ਵਗੈਰਾ ਦੇਖੋ, ਅਤੇ ਇਸ ਤੋਂ ਬਿਨਾਂ ਅਮੋਰਟੀਜੇਸ਼ਨ ਮਤਲਬ ਅਪਲਿਖਤ ਕਰਨਾ, ਠੀਕ ਹੈ। ਰਿਜ਼ਰਵਸ ਐਂਡ ਗੋਲਡ ਮੂਵਮੈਂਟਸ, ਰਿਜ਼ਰਵ ਅਤੇ ਸੋਨੇ ਦੀ ਮੂਵਮੈਂਟ ਨੂੰ ਸ਼ਾਮਿਲ ਕੀਤਾ ਜਾਂਦਾ ਅਤੇ ਮਿਸਸੈਲੂਐਂਸ ਫੁਟਕਲ ਕੰਮਾਂ ਨੂੰ ਕੀ ਆ ਵੀ ਸ਼ਾਮਿਲ ਕੀਤਾ ਜਾਂਦਾ। ਦੇਖੋ ਲੋਨਸ ਦੇ ਵਿੱਚ ਕੀ ਆ, ਲੋਨਸ ਰਿਸੀਵਡ ਬਾਏ ਦਾ ਪਬਲਿਕ ਸੈਕਟਰ, ਜੇ ਕਿਸੇ ਵੀ ਪਬਲਿਕ ਸੈਕਟਰ ਨੇ, ਸਰਕਾਰ ਨੇ ਕਿਸੇ ਵਿਦੇਸ਼ੀ ਕੰਪਨੀ ਅਬਰੋਡ ਤੋਂ ਜਾਂ ਇੰਟਰਨੈਸ਼ਨਲ ਕੋਈ ਵੀ ਮੋਨੀਟਰੀ ਫੰਡ ਕੀ ਆ ਲਿਆ ਤਾਂ ਉਹਨੂੰ ਕ੍ਰੈਡਿਟ ਆਈਟਮ ਗਿਣਾਂਗੇ ਕਿਉਂਕਿ ਆਪਾਂ ਲੋਨਸ ਲਏ ਆ, ਆਪਣੇ ਕੋਲ ਕੁਝ ਪਲੱਸ ਹੋਇਆ। ਪਰ ਜਦੋਂ ਆਪਾਂ ਕੀ ਆ ਉਹਦੀ ਰੀਪੇਮੈਂਟ ਕਰਾਂਗੇ ਤਾਂ ਉਹਨੂੰ ਮਾਈਨਸ ਡੈਬਿਟ ਸਾਈਡ 'ਤੇ ਲਵਾਂਗੇ। ਇਸ ਤੋਂ ਬਿਨਾਂ ਕੀ ਆ, ਅਮੋਰਟਾਈਜੇਸ਼ਨ ਕੀ ਹੁੰਦਾ, ਕਿਸੇ ਵੀ ਜਿਹੜੇ ਆਪਾਂ ਲੋਨਸ ਵਗੈਰਾ ਲਏ ਆ ਉਹਦੀ ਰੀਪੇਮੈਂਟ ਕਰਨਾ, ਉਹਨਾਂ ਨੂੰ ਵਾਪਸ ਕਰਨਾ, ਠੀਕ ਹੈ। ਜੇ ਕਿਸੇ ਨੇ ਓਫੀਸ਼ੀਅਲ ਮਤਲਬ ਦਫ਼ਤਰੀ ਕੰਮ ਦੇ ਲਈ ਕੀ ਆ ਹੋਰਨਾਂ ਕੰਟਰੀਆਂ ਤੋਂ ਕੀ ਆ ਲੋਨ ਵਗੈਰਾ ਲਈ ਤਾਂ ਉਹ ਕੀ ਹੈ, ਕ੍ਰੈਡਿਟ ਸਾਈਡ 'ਤੇ ਆ ਜਾਊ। ਜਦੋਂ ਉਹਨਾਂ ਦੀ ਰੀਪੇਮੈਂਟ ਕਰਾਂਗੇ ਤਾਂ ਓਫੀਸ਼ੀਅਲ ਲੋਨਸ ਦੀ ਤਾਂ ਉਹ ਕੀ ਆ, ਹੋਮ ਕੰਟਰੀ ਲਈ ਡੈਟ ਸਾਈਡ ਹੋ ਜੂ ਕਿਉਂਕਿ ਉਹਨਾਂ ਨੇ ਕੀ ਆ, ਡੈਬਿਟ ਕੀਤਾ, ਕੁਝ ਉਹਨਾਂ 'ਚੋਂ ਮਾਈਨਸ ਹੋ ਰਿਹਾ, ਠੀਕ ਹੈ। ਇਸ ਤੋਂ ਬਿਨਾਂ ਰਿਜ਼ਰਵਸ ਐਂਡ ਗੋਲਡ ਮੂਵਮੈਂਟਸ ਵੀ ਕੀ ਆ, ਕਿਹਦਾ ਪਾਰਟ ਆ, ਕੈਪੀਟਲ ਅਕਾਊਂਟ ਦਾ ਪਾਰਟ ਆ। ਇਹਦੇ ਵਿੱਚ SDRs, ਠੀਕ ਹੈ, ਫੋਰਨ
ਚੇਂਜ ਇਨ ਫੋਰਨ ਐਕਸਚੇਂਜ ਰਿਜ਼ਰਵਸ, ਗੋਲਡ ਰਿਜ਼ਰਵਸ ਆਦਿ ਇਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ। ਠੀਕ ਹੈ, ਇਹਨਾਂ ਦੇ ਨਾਲ ਰਿਲੇਟਡ ਜੋ ਵੀ ਰਿਸਿਪਟ ਜਿਹੜੀਆਂ ਕੀ ਆ ਆਪਾਂ ਨੂੰ ਰਿਸਿਪਟ ਪ੍ਰਾਪਤ ਹੁੰਦੀਆਂ, ਕੁਝ ਪ੍ਰਾਪਤੀਆਂ ਹੁੰਦੀਆਂ। ਠੀਕ ਹੈ, ਪੈਸਾ ਜੇ ਆ ਰਿਹਾ ਤਾਂ ਉਹਨੂੰ ਕ੍ਰੈਡਿਟ ਸਾਈਡ 'ਤੇ ਲਵਾਂਗੇ, ਜੇ ਆਪਾਂ ਇਹਨਾਂ ਦੇ ਵਿੱਚੋਂ ਕਿਸੇ ਦੀ ਪੇਮੈਂਟ ਕਰ ਰਹੇ ਹਾਂ ਤਾਂ ਉਹਨਾਂ ਨੂੰ ਡੈਬਿਟ ਸਾਈਡ 'ਤੇ ਲਵਾਂਗੇ। ਠੀਕ ਹੈ, ਇਹ ਸਾਰੇ ਇੱਦਾਂ ਹੀ ਚੱਲਣਗੇ। ਇਸ ਤੋਂ ਬਿਨਾਂ ਕੀ ਆ ਮਿਸਐਲੂਐਂਸਸ ਮਤਲਬ ਫੁਟਕਲ ਅੱਗੇ ਕੀ ਕੰਮ ਆ ਇਹਦੇ, ਆਲ ਅਦਰ ऑफिशियल कैपिटल रिसिप्ट including those of central bank from the credit item and the other official capital payments of the debt side। ठीक है, जे किसी भी तरह की कोई भी कैपिटल ऑफिशियल कैपिटल प्राप्त हुई है, ठीक है, कोई भी सेंट्रल बैंक द्वारा की आ ਉਹਨੂੰ ਸੈਂਟਰਲ ਬੈਂਕ ਦੇ ਕਿਹਦੇ ਕ੍ਰੈਡਿਟ ਸਾਈਡ ਤੇ ਲਵਾਂਗੇ, ਤੇ ਜੇ ਕੀ ਆ ਕਿਸੇ ਵੀ ਆਫੀਸ਼ੀਅਲ ਕੈਪੀਟਲ ਜਿਹੜਾ ਕਿ ਪੈਸਾ ਦਫ਼ਤਰੀ ਪੈਸਾ ਉਹਦੀ ਕੀ ਆ ਬਾਹਰ ਆਪਾਂ ਪੇਮੈਂਟ ਕਰ ਰਹੇ ਹਾਂ ਤਾਂ ਉਹਨੂੰ ਡੈਬਿਟ ਸਾਈਡ ਤੇ ਲਵਾਂਗੇ। ਸੋ ਆਪਾਂ ਦੇਖ ਸਕਦੇ ਹਾਂ ਕਿ ਕੈਪੀਟਲ ਅਕਾਊਂਟ ਦੇ ਵਿੱਚ ਕੀ ਆ ਪ੍ਰਾਈਵੇਟ ਫੋਰਨ ਲੋਨਸ, ਮੂਵਮੈਂਟ ਇਨ ਬੈਂਕਿੰਗ ਕੈਪੀਟਲ, ਆਫੀਸ਼ੀਅਲ ਕੈਪੀਟਲ ਟ੍ਰਾਂਜੈਕਸ਼ਨਸ, ਜਿਹਦੇ ਅੱਗੇ 4 ਪਾਰਟਸ ਨੇ। ਠੀਕ ਹੈ, ਉਹਨਾਂ ਨੂੰ ਕੀ ਆ ਲਿਆ ਜਾਂਦਾ। ਅੱਗੇ ਤੁਹਾਨੂੰ ਸਟਰਕਚਰ ਦੱਸਿਆ ਹੋਇਆ ਬੈਲੈਂਸ ਆਫ ਪੇਮੈਂਟ ਦਾ, ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜਾ ਇਨਫਲੋ ਹੋਇਆ ਉਹਨੂੰ ਕ੍ਰੈਡਿਟ ਸਾਈਡ ਤੇ ਰਿਸਿਪਟ ਸਾਈਡ ਤੇ ਲੈ ਲੈਣਾ, ਤੇ ਡੈਬਿਟ ਨੂੰ ਕੀ ਆ ਆਊਟਫਲੋ ਹੋ ਰਿਹਾ, ਠੀਕ ਹੈ, ਉਹਨੂੰ ਪੇਮੈਂਟ ਸਾਈਡ ਤੇ ਲੈ ਲੈਣਾ। ਇਦਾਂ ਹੀ ਜਿਹੜੇ ਕਰੰਟ ਅਕਾਊਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਉਹਨਾਂ ਨੂੰ ਲੈ ਲੈਣਾ, ਤੇ ਇਦਾਂ ਹੀ ਕੈਪੀਟਲ ਅਕਾਊਂਟ। ਠੀਕ ਹੈ, ਇਸ ਤਰ੍ਹਾਂ ਇਹ ਆਪਣਾ ਜਿਹੜਾ ਟੌਪਿਕ ਹੈ ਇੱਥੇ ਹੀ ਫਿਨਿਸ਼ ਹੋ ਜਾਊਗਾ। ਥੈਂਕ ਯੂ ਸਟੂਡੈਂਟਸ।